ਗੁੱਡ ਮਾਰਨਿੰਗ ਸਟੂਡੈਂਟਸ। ਆਪਣਾ ਅੱਜ ਦਾ ਟੌਪਿਕ ਹੈ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ। ਜਿਵੇਂ ਕਿ ਆਪਾਂ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਸੀ ਕਿ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ ਨੇ ਜਿਹੜੇ ਉਹਨਾਂ ਨੂੰ 3 ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਫਸਟ ਭਾਗ ਸੀ ਜਿਹੜਾ ਉਹ ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ ਰੀਡ ਕਰ ਲਿਆ ਸੀ। ਅੱਜ ਆਪਾਂ ਗੱਲ ਕਰਦੇ ਹਾਂ ਸੈਕਿੰਡ ਭਾਗ ਦੀ, ਔਰੰਗਜ਼ੇਬ ਦੀਆਂ ਮੂਰਖਤਾਪੂਰਨ ਨੀਤੀਆਂ ਅਤੇ ਕਾਰਜ। ਔਰੰਗਜ਼ੇਬ ਨੇ ਕੁਝ ਅਜਿਹੇ ਮੂਰਖਤਾਪੂਰਨ ਨੀਤੀਆਂ ਅਪਣਾਈਆਂ, ਕੁਝ ਅਜਿਹੇ ਮੂਰਖਤਾਪੂਰਨ ਕੰਮ ਕੀਤੇ ਜਿਨ੍ਹਾਂ ਦੇ ਕਰਕੇ ਸੀ ਜਿਹੜਾ ਮੁਗਲ ਸਾਮਰਾਜ ਦਾ ਖਾਤਮਾ ਹੋਇਆ। ਫਸਟ ਪੁਆਇੰਟ ਹੈਗਾ ਹਿੰਦੂ ਵਿਰੋਧੀ ਨੀਤੀ। ਜਿਹੜਾ ਔਰੰਗਜ਼ੇਬ ਸੀ ਉਹ ਇੱਕ ਕੱਟੜ ਸੁੰਨੀ ਮੁਸਲਮਾਨ ਸੀ। ਉਹ ਸਾਰੇ ਜਿਹੜਾ ਭਾਰਤ ਨੂੰ ਸੀ ਇਸਲਾਮ ਦੀ ਧਰਤੀ ਬਣਾਉਣਾ ਚਾਹੁੰਦਾ ਸੀ। ਇਸੇ ਲਈ ਉਸਨੇ ਹਿੰਦੂਆਂ 'ਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ। ਉਸਨੇ ਹਿੰਦੂਆਂ ਦੇ ਮੰਦਰਾਂ ਨੂੰ ਤੋੜਿਆ ਅਤੇ ਹਿੰਦੂਆਂ ਨਾਲ ਬਹੁਤ ਮਾੜਾ ਸਲੂਕ ਕੀਤਾ। ਹਿੰਦੂਆਂ ਤੋਂ ਧੱਕੇ ਨਾਲ ਇਸਲਾਮ ਧਰਮ ਕਬੂਲ ਕਰਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਉਸਨੇ ਜੋ ਹਿੰਦੂਆਂ ਦੇ ਪ੍ਰਤੀ ਸਖਤ ਰਵੱਈਆ ਅਪਣਾਇਆ, ਹਿੰਦੂਆਂ ਦੇ ਵਿਰੋਧੀ ਜੋ ਨੀਤੀ ਅਪਣਾਈ, ਉਸ ਦੇ ਨਾਲ ਜਿਹੜੇ ਦੇਸ਼ ਦੇ ਹਿੰਦੂ ਸੀਗੇ ਉਹ ਮੁਗਲ ਸਾਮਰਾਜ ਤੋਂ ਸੁਤੰਤਰ ਹੋ ਗਏ। ਇਹ ਇਸ ਦੇ ਪਤਨ ਦਾ ਇੱਕ ਮੇਨ ਕਾਰਨ ਸੀਗਾ। ਉਸਨੇ ਸਾਰੇ ਹਿੰਦੂ ਆਪਣੇ ਜਿਹੜੇ ਸੀਗੇ ਵਿਰੋਧੀ ਬਣਾ ਲਏ। ਆਪਣਾ ਨੈਕਸਟ ਪੁਆਇੰਟ ਹੈਗਾ ਸ਼ੀਆ ਵਿਰੋਧੀ ਨੀਤੀ। ਔਰੰਗਜ਼ੇਬ ਨੇ ਹਿੰਦੂਆਂ ਵਾਂਗ ਸ਼ੀਆ ਲੋਕਾਂ ਉੱਤੇ ਵੀ ਬਹੁਤ ਜ਼ੁਲਮ ਕੀਤੇ। ਉਸਨੇ ਸਾਰੀਆਂ ਉੱਚੀਆਂ ਸਰਕਾਰੀ ਅਹੁਦਿਆਂ ਦੇ ਉੱਤੋਂ ਸ਼ੀਆ ਮੁਸਲਮਾਨਾਂ ਨੂੰ ਕੱਢ ਦਿੱਤਾ ਅਤੇ ਉਹਨਾਂ ਦੀ ਥਾਂ 'ਤੇ ਸੁੰਨੀ ਮੁਸਲਮਾਨਾਂ ਨੂੰ ਭਰਤੀ ਕਰ ਲਿਆ। ਉਸਨੇ ਸ਼ੀਆ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਵੀ ਨਾ ਦਿੱਤੀ ਅਤੇ ਉਹਨਾਂ ਦੇ ਰੀਤੀ ਰਿਵਾਜਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਕਾਰਨ ਜਿਹੜੇ ਸ਼ੀਆ ਲੋਕ ਸੀ ਉਹ ਵੀ ਔਰੰਗਜ਼ੇਬ ਦੇ ਅਤੇ ਮੁਗਲ ਸਾਮਰਾਜ ਦੇ ਵਿਰੁੱਧ ਹੋਏ। ਥਰਡ ਨੰਬਰ ਹੈਗਾ ਮੂਰਖਤਾਪੂਰਨ ਰਾਜਪੂਤ ਨੀਤੀ। ਰਾਜਪੂਤਾਂ ਪ੍ਰਤੀ ਵੀ ਜਿਹੜੀ ਔਰੰਗਜ਼ੇਬ ਨੇ ਸੀ ਉਹ ਮੂਰਖਤਾ ਵਾਲੀ ਨੀਤੀ ਅਪਣਾਈ। ਉਸਨੇ ਰਾਜਪੂਤਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਰੱਖਣ ਦੀ ਥਾਂ 'ਤੇ ਉਹਨਾਂ ਦੇ ਨਾਲ ਉਸਨੇ ਜਿਹੜੇ ਸੰਬੰਧ ਸੀ ਉਹ ਦੁਸ਼ਮਣੀ ਵਾਲੇ ਬਣਾ ਲਏ। ਰਾਜਪੂਤਾਂ ਦੇ ਨਾਲ ਔਰੰਗਜ਼ੇਬ ਨੇ ਸੀ ਜਿਹੜੇ ਯੁੱਧ ਸ਼ੁਰੂ ਕੀਤੇ। ਰਾਜਪੂਤਾਂ ਨੇ ਯੁੱਧ ਦੇ ਵਿੱਚ ਔਰੰਗਜ਼ੇਬ ਦੀ ਸੈਨਾ ਨੂੰ ਕਰਾਰੀ ਹਾਰ ਦਿੱਤੀ, ਜਿਸ ਦੇ ਨਾਲ ਔਰੰਗਜ਼ੇਬ ਦੇ ਅਤੇ ਮੁਗਲ ਸਾਮਰਾਜ ਦੇ ਸਨਮਾਨ ਨੂੰ ਭਾਰੀ ਧੱਕਾ ਲੱਗਿਆ। ਇਹ ਵੀ ਇਸ ਦੇ ਇੱਕ ਪਤਨ ਦਾ ਮੇਨ ਕਾਰਨ ਬਣਿਆ। ਔਰੰਗਜ਼ੇਬ ਨੇ ਆਪਣੇ ਦੁਆਰਾ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਦੇ ਨਾਲ ਹਿੰਦੂ, ਸ਼ੀਆ ਅਤੇ ਰਾਜਪੂਤ ਤਿੰਨੇ ਹੀ ਜਿਹੜੇ ਸ਼ਕਤੀਆਂ ਸੀਆਂ ਆਪਣੇ ਵਿਰੁੱਧ ਕਰ ਲਈਆਂ। ਨੈਕਸਟ ਹੈਗਾ ਆਪਣਾ ਮੁਗਲ ਸਾਮਰਾਜ ਦੀ ਵਿਸ਼ਾਲਤਾ। ਮੁਗਲ ਸਾਮਰਾਜ ਸੀ ਜਿਹੜਾ ਉਸ ਦੇ ਕੁੱਲ 21 ਪ੍ਰਾਂਤ ਸੀਗੇ। ਉਹ ਬਹੁਤ ਵਿਸ਼ਾਲ ਸੀ। ਆਵਾਜਾਈ ਦੇ ਸਾਧਨ ਘੱਟ ਹੋਣ ਕਰਕੇ ਇੰਨੇ ਵਿਸ਼ਾਲ ਖੇਤਰ ਦੇ ਵਿੱਚ ਔਰੰਗਜ਼ੇਬ ਜਿਹੜਾ ਨਿਗਰਾਨੀ ਨਹੀਂ ਰੱਖ ਸਕਦਾ ਸੀ। ਇੱਕ ਏਰੀਏ ਦੇ ਵਿੱਚੋਂ ਦੂਜੇ ਏਰੀਏ ਦੇ ਵਿੱਚ ਨਿਗਰਾਨੀ ਲਈ ਜਾਣਾ ਉਸ ਲਈ ਮੁਸ਼ਕਿਲ ਸੀ। ਸੋ ਜਿਹੜੇ ਸਾਮਰਾਜ ਤੋਂ ਜਿਹੜੇ ਅਕਬਰ ਦੀ ਰਾਜਧਾਨੀ ਤੋਂ ਦੂਰ ਦੇ ਖੇਤਰ ਸੀਗੇ ਉੱਥੇ ਦੇ ਲੋਕਾਂ ਨੇ ਹੌਲੀ ਹੌਲੀ ਜਿਹੜਾ ਮੁਗਲ ਸਾਮਰਾਜ ਤੋਂ ਸੁਤੰਤਰ ਹੋਣਾ ਸ਼ੁਰੂ ਕੀਤਾ ਅਤੇ ਕੇਂਦਰੀ ਸਰਕਾਰ ਦੇ ਖਿਲਾਫ ਉਹਨਾਂ ਲੋਕਾਂ ਨੇ ਬਗਾਵਤਾਂ ਸ਼ੁਰੂ ਕਰਤੀਆਂ, ਜਿਨ੍ਹਾਂ ਬਗਾਵਤਾਂ ਨੂੰ ਕੁਚਲਣ ਦੇ ਵਿੱਚ ਸੀ ਜਿਹੜੀ ਮੁਗਲ ਸਾਮਰਾਜ ਸੀ ਜਿਹੜਾ ਅਸਫਲ ਰਿਹਾ। ਮੁਗਲ ਸਾਮਰਾਜ ਦਾ ਖੇਤਰਫਲ ਜ਼ਿਆਦਾ ਹੋਣਾ, ਮੁਗਲ ਸਾਮਰਾਜ ਦਾ ਵਿਸ਼ਾਲ ਹੋਣਾ ਵੀ ਹਾਨੀਕਾਰਕ ਸਿੱਧ ਹੋਇਆ। ਨੈਕਸਟ ਹੈਗਾ ਔਰੰਗਜ਼ੇਬ ਦਾ ਸ਼ੱਕੀ ਸੁਭਾਅ। ਜਿਹੜਾ ਔਰੰਗਜ਼ੇਬ ਸੀਗਾ ਇਹ ਸੁਭਾਅ ਤੋਂ ਬਹੁਤ ਸ਼ੱਕੀ ਸੀ। ਇਹ ਆਪਣੇ ਪੁੱਤਰਾਂ ਅਤੇ ਆਪਣੇ ਦਰਬਾਰ ਦੇ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਕਰਮਚਾਰੀ 'ਤੇ ਯਕੀਨ ਨਹੀਂ ਕਰਦਾ ਸੀ। ਇਸੇ ਲਈ ਇਹ ਆਪਣੇ ਸ਼ਾਸਨ ਦਾ ਜਿਹੜਾ ਕੰਮ ਸੀ ਉਹ ਇਕੱਲਾ ਹੀ ਸੌਂਪਦਾ ਸੀ। ਇਸ ਨੇ ਆਪਣੇ ਕੰਮਾਂ ਦੀ ਜਾਣਕਾਰੀ ਨਾ ਹੀ ਆਪਣੇ ਪੁੱਤਰਾਂ ਨੂੰ ਦਿੱਤੀ, ਨਾ ਹੀ ਆਪਣੇ ਦਰਬਾਰ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਜਾਣਕਾਰੀ ਦਿੱਤੀ, ਜਿਸ ਦੇ ਕਾਰਨ ਇਸ ਦੀ ਮੌਤ ਤੋਂ ਬਾਅਦ ਜਿਹੜਾ ਇਸ ਦੇ ਸ਼ਾਸਨ ਦਾ ਕੰਮ ਧੰਦਾ ਸੀ ਉਹ ਸਹੀ ਤਰੀਕੇ ਨਾਲ ਕੋਈ ਵੀ ਸੰਭਾਲ ਨਹੀਂ ਸਕਿਆ, ਜਿਹਦੇ ਕਾਰਨ ਵੀ ਇਹ ਜਿਹੜਾ ਪਤਨ ਦੀ ओर ਜਾਂਦਾ ਗਿਆ ਸਾਮਰਾਜ। ਨੈਕਸਟ ਆਪਣਾ ਪੁਆਇੰਟ ਹੈਗਾ ਕਿਸਾਨਾਂ ਦੀ ਭੈੜੀ ਹਾਲਤ। ਜਿਹੜੀ ਕਿਸਾਨਾਂ ਦੀ ਹਾਲਤ ਸੀਗੀ ਉਹ ਔਰੰਗਜ਼ੇਬ ਦੇ ਸਮੇਂ ਬਹੁਤ ਜ਼ਿਆਦਾ ਭੈੜੀ ਹੋ ਗਈ ਸੀ। ਕਿਸਾਨਾਂ ਦਾ ਬੜਾ ਸ਼ੋਸ਼ਣ ਕੀਤਾ ਜਾਂਦਾ ਸੀਗਾ। ਕਿਸਾਨਾਂ ਦੀ ਹਾਲਤ ਸੀ ਜਿਹੜੀ ਤਰਸਯੋਗ ਹੋ ਗਈ ਸੀ, ਜਿਸ ਦੇ ਕਾਰਨ ਕਿਸਾਨਾਂ ਨੇ ਦੁਖੀ ਹੋ ਕੇ ਖੇਤੀ ਕਰਨੀ ਛੱਡ ਦਿੱਤੀ ਸੀ ਅਤੇ ਉਹ ਦੁਖੀ ਹੋ ਕੇ ਵਿਦਰੋਹੀਆਂ ਦੇ ਨਾਲ ਜਾ ਮਿਲੇ ਸੀ। ਜਿਹੜੇ ਕਿਸਾਨ ਸੀ ਹੁਣ ਉਹ ਮੁਗਲ ਸਾਮਰਾਜ ਦਾ ਕੇਂਦਰੀ ਸਰਕਾਰ ਦਾ ਸਾਥ ਦੇਣ ਦੀ ਬਜਾਏ ਉਹ ਇਸ ਸਰਕਾਰ ਦੇ ਵਿਰੁੱਧ ਸੀ ਜਿਹੜਾ ਵਿਦਰੋਹ ਕਰਨ ਲੱਗੇ ਸੀ। ਇਹ ਸੀਗੇ ਔਰੰਗਜ਼ੇਬ ਦੇ ਮੂਰਖਤਾਪੂਰਨ ਨੀਤੀਆਂ ਅਤੇ ਮੂਰਖਤਾਪੂਰਨ ਕੰਮ
ਜਿਹੜੇ ਕਿ ਮੁਗਲ ਸਾਮਰਾਜ ਦਾ ਪਤਨ ਦਾ ਮੇਨ ਕਾਰਨ ਬਣੇ।